गुड आफ्टरनून बच्चों। नेक्स्ट देखो, ਆਪਾਂ 15 ਪੁਆਇੰਟ ਤੋਂ ਪੜਾਂਗੇ। ਲੌਂਗ ਰੋਡ ਬੈਕ, ਵਾਪਸ ਲੰਬੀ ਸੜਕ ਉੱਤੇ। ਮੀਨਵਾਈਲ ਬਾਰਬ ਹਰ ਆਰਮ ਸਲੈਸ਼ਡ and her hair flecked with blood had run along the winding trail to the lodge। ਇਸ ਵਿਚਕਾਰ ਬਾਰਬ, ਜਿਸ ਦੀ ਬਾਂਹ ਚੀਰੀ ਹੋਈ ਸੀ ਅਤੇ ਉਸਦੇ ਵਾਲ ਖੂਨ ਨਾਲ ਲਿਬੜੇ ਹੋਏ ਸਨ, ਵਲ ਖਾਂਦੀ ਹੋਈ ਪਗਡੰਡੀ ਉੱਤੇ ਦੌੜਦੀ ਹੋਈ ਲਾਜ ਵਿੱਚ ਪਹੁੰਚ ਗਈ ਸੀ। Staggering into the lobby, she cried, "A grizzly got Malcolm. He can't walk, help!" And then she burst into sobs। ਵਰਾਂਡੇ ਵਿੱਚ ਦਾਖਲ ਹੁੰਦੇ ਹੋਏ ਉਹ ਚੀਕ ਕੇ ਕਹਿਣ ਲੱਗੀ, ਇੱਕ ਭੂਰੇ ਰੇਸ਼ ਨੇ ਮੈਲਕਮ ਨੂੰ ਜ਼ਖਮੀ ਕਰ ਦਿੱਤਾ ਹੈ। ਉਹ ਤੁਰ ਨਹੀਂ ਸਕਦਾ, ਸਹਾਇਤਾ ਕਰੋ। ਅਤੇ ਫਿਰ ਹਟਕੋਰੇ ਭਰ ਕੇ ਰੋਣ ਲੱਗੀ। People appeared from nowhere, wardens, fellow workers, lodge guests। ਪਤਾ ਨਹੀਂ ਕਿੱਧਰੋਂ ਲੋਕ ਇਕੱਠੇ ਹੋ ਗਏ। ਰਖਵਾਲੇ, ਸਹਿਕਾਮੇ ਤੇ ਲਾਜ ਦੇ ਮਹਿਮਾਨ ਜਿਹੜੇ ਹੀ। The first voice that Malcolm heard of his rescuers was the static of the walkie-talkie। ਪਹਿਲੀ ਆਵਾਜ਼ ਜੋ ਮੈਲਕਮ ਨੂੰ ਆਪਣੇ ਬਚਾਉਣ ਵਾਲਿਆਂ ਵੱਲੋਂ ਸੁਣਾਈ ਦਿੱਤੀ ਗਈ, ਉਹ ਇੱਕ ਵਾਕੀ-ਟਾਕੀ ਵਿੱਚ ਖੜ ਦੀ ਆਵਾਜ਼ ਸੀ। ਵਾਕੀ-ਟਾਕੀ ਜੋ ਵੀ ਇੱਕ ਇੰਸਟਰੂਮੈਂਟ ਹੁੰਦਾ ਵਾ ਮੈਸੇਜ ਪਹੁੰਚਾਉਣ ਦੇ ਲਈ। He had sat propped against a stump for an hour and a half and was still conscious। ਉਹ ਪਿਛਲੇ 1.5 ਘੰਟੇ ਤੋਂ ਇੱਕ ਟੁੱਟੇ ਦਰਖਤ ਨਾਲ ਆਸਰਾ ਲੈ ਕੇ ਬੈਠਾ ਹੋਇਆ ਸੀ ਅਤੇ ਹੁਣ ਵੀ ਹੋਸ਼ ਵਿੱਚ ਸੀ। ਵਾਰਡਨ ਜਿਓਡੇ ਪੈਟੋ, ਮਾਲਕਮ ਗੁੱਡ ਫਰੈਂਡ, ਰੈਨ ਟੂ ਹਿਮ। ਵਾਰਡਨ ਗੌਡੀ ਪੈਟੋ ਹੀ ਜੋ ਮਾਲਕਮ ਦਾ ਚੰਗਾ ਦੋਸਤ ਹੀ, ਉਹਦੇ ਲਈ ਦੌੜਿਆ। ਵੈਲ ਪਾਲ, ਹੀ ਸੈਡ, ਆਈ ਆਲਵੇਜ਼ end up looking after you। How you doing man? ਉਹਨੇ ਕਿਹਾ, ਸੁਣਾ ਦੋਸਤ, ਮੈਂ ਸਦਾ ਤੈਨੂੰ ਹੀ ਲੱਭਦਾ ਹੋਇਆ ਥੱਕ ਜਾਂਦਾ ਹਾਂ। ਸੁਣਾ ਕੀ ਹਾਲ ਹੈ ਜਵਾਨ। I am okay but kind of hungry, Malcolm replied gamely। ਮੈਂ ਬਿਲਕੁਲ ਠੀਕ ਹਾਂ ਪਰ ਥੋੜ੍ਹੀ ਜਿਹੀ ਭੁੱਖ ਲੱਗੀ ਹੋਈ ਹੈ, ਮਾਲਕਮ ਨੇ ਮਜ਼ਾਕ ਦੇ ਲਹਿਜੇ ਵਿੱਚ ਜਵਾਬ ਦਿੱਤਾ। Guess I really did it this time, ਗੌਡੀ। ਗੌਡੀ, ਦੇਖਦੇ ਹੋ ਮੈਂ ਸੱਚਮੁੱਚ ਹੀ ਇਹ ਕਰਕੇ ਵਿਖਾਇਆ ਹੈ। ਗੌਡੀ sucked in his breath। I think my wrist is broken। ਗੌਡੀ sucked in his breath। ਮੈਂ ਸਮਝਦਾ ਹਾਂ ਮੇਰਾ ਗੁੱਟ ਟੁੱਟ ਗਿਆ ਹੈ। ਗੌਡੀ ਨੇ ਆਪਣਾ ਸਾਹ ਅੰਦਰ ਵੱਲ ਖਿੱਚਿਆ। He saw bloodless white head। ਉਸਨੂੰ ਇੱਕ ਖੂਨ ਰਹਿਤ ਸਫੇਦ ਸਿਰ ਨਜ਼ਰ ਆ ਰਿਹਾ ਸੀ। The bear swipe had cleanly lifted off the scalp and blood vessels, exposing a layer of tissue next to the skull। ਰਿੱਛ ਦੇ ਭਿਆਨਕ ਹਮਲੇ ਨੇ ਖੋਪੜੀ ਅਤੇ ਖੂਨ ਦੀਆਂ ਨਾੜੀਆਂ ਪੂਰੀ ਤਰ੍ਹਾਂ ਉਡਾ ਦਿੱਤੀਆਂ ਸਨ ਅਤੇ ਖੋਪੜੀ ਦੇ ਹੇਠਾਂ ਦੇ ਵੈਸਲਸ ਜੋ ਵੀ ਟਿਸ਼ੂਜ਼ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਦੀ ਤਹਿ ਦਿਖਾਈ ਦੇਣ ਲੱਗ ਪਈ ਸੀ। Ned Clow, a first aid attendant, wrapped Malcolm's face and the chewed gashes on his legs in gauze, then strapped him in a stretcher। Ned Clow ਜੋ ਮੁੱਢਲੀ ਸਹਾਇਤਾ ਫਸਟ ਏਡ ਦੇਣ ਵਾਲਾ ਅਟੈਂਡੈਂਟ ਹੀ, ਉਹਨੇ ਮੈਲਕਮ ਦੇ ਚਿਹਰੇ ਨੂੰ ਲਪੇਟ ਦਿੱਤਾ।
ਅਤੇ ਉਸ ਦੀਆਂ ਲੱਤਾਂ ਉਤਲੇ ਡੂੰਘੇ ਜ਼ਖਮਾਂ ਉੱਤੇ ਪੱਟੀ ਬੰਨ੍ਹ ਦਿੱਤੀ ਅਤੇ ਫਿਰ ਉਸ ਨੂੰ ਇੱਕ ਸਟ੍ਰੈਚਰ ਉੱਤੇ ਪਾ ਦਿੱਤਾ। They radioed for a rescue helicopter to pick him up at a clearing down the trail and take him to Queen Victoria Hospital in Revelstoke। ਉਹਨਾਂ ਨੇ ਰੇਡੀਓ ਰਾਹੀਂ ਸੁਨੇਹਾ ਭੇਜਿਆ ਕਿ ਬਚਾਓ ਕੰਮ ਵਾਲੇ ਇੱਕ ਹੈਲੀਕਾਪਟਰ ਨੂੰ ਭੇਜਿਆ ਜਾਵੇ ਜੋ ਉਸ ਨੂੰ ਪਗਡੰਡੀ ਦੇ ਹੇਠਾਂ ਵੱਲ ਬਣੇ ਅੱਡੇ ਉੱਤੋਂ ਚੁੱਕ ਕੇ ਲੈ ਜਾਵੇ ਅਤੇ ਰੈਵਲਸਟੋਕ ਦੇ ਕੁਈਨ ਵਿਕਟੋਰੀਆ ਹਸਪਤਾਲ ਵਿੱਚ ਪਹੁੰਚਾ ਦੇਵੇ। ਸਰਜਰੀ ਬਿਗਿਨ ਵਿਦ ਅ 7-hour ਐਮਰਜੈਂਸੀ ਆਪਰੇਸ਼ਨ। 7 ਘੰਟੇ ਦੇ ਐਮਰਜੈਂਸੀ ਆਪਰੇਸ਼ਨ ਨਾਲ ਸਰਜਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। The surgeon put in more than 1000 stitches। ਸਰਜਨ ਨੇ 1000 ਤੋਂ ਵੱਧ ਟਾਂਕੇ ਲਗਾਏ। Restoring Malcolm's face was like putting a jigsaw puzzle together, one attending doctor later said। ਮੈਲਕਮ ਦੇ ਚਿਹਰੇ ਨੂੰ ਫਿਰ ਤੋਂ ਠੀਕ ਕਰਨ ਦਾ ਕੰਮ ਇੱਕ ਜਿਗਸਾਂ ਪਹੇਲੀ ਨੂੰ ਜੋੜਨ ਦੇ ਬਰਾਬਰ ਸੀ, ਇਲਾਜ ਕਰਨ ਵਾਲੇ ਡਾਕਟਰ ਨੇ ਬਾਅਦ ਵਿੱਚ ਕਿਹਾ। Malcolm was then moved to a hospital in his hometown, Edmonton। ਮਾਲਕਮ ਨੂੰ ਫਿਰ ਆਪਣੇ ਘਰ ਵਾਲੇ ਸ਼ਹਿਰ ਐਡਮਿੰਟਨ ਦੇ ਇੱਕ ਹਸਪਤਾਲ ਵਿੱਚ ਲਿਆਂਦਾ ਗਿਆ। He remembered little of the first weeks। ਪਹਿਲੇ ਹਫ਼ਤਿਆਂ ਦੇ ਬਾਰੇ ਵਿੱਚ ਉਸਨੂੰ ਕੁਝ ਵੀ ਯਾਦ ਨਹੀਂ ਸੀ। He was under heavy sedation and his mind wandered endlessly, drifting between dream and semi-consciousness। ਉਸ ਨੂੰ ਨੀਂਦ ਲਿਆਉਣ ਵਾਲੀਆਂ ਭਾਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਉਸਦਾ ਮਨ ਬਿਨਾਂ ਰੁਕੇ ਸੁਪਨਿਆਂ ਅਤੇ ਅੱਧੀ ਹੋਸ਼ ਵਿੱਚ ਘੁੰਮਦਾ ਰਿਹਾ। He underwent 41 skin graft operation। ਉਸ ਦੇ 41 ਚਮੜੀ ਦੇ ਆਪਰੇਸ਼ਨ ਕੀਤੇ ਗਏ। In time, life began to look up। ਕੁਝ ਸਮੇਂ ਮਗਰੋਂ ਜੀਵਨ ਆਸ ਭਰਿਆ ਲੱਗਣ ਲੱਗਾ। Doctor assured Malcolm that he would soon look fine। ਡਾਕਟਰਸ ਨੇ ਮੈਲਕਮ ਨੂੰ ਯਕੀਨ ਦਿਵਾਇਆ ਕਿ ਉਹ ਜਲਦੀ ਹੀ ਠੀਕ ਦਿਖਾਈ ਦੇਣ ਲੱਗੇਗਾ। After the graft were finished and the rolls of gauze came off। ਜਦੋਂ ਚਮੜੀ ਲਗਾਉਣ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਪੱਟੀਆਂ ਉਤਰ ਜਾਣਗੀਆਂ। But one day, close to Christmas, when the nurse was changing his bandage and was called away momentarily, Malcolm edged over to the bathroom mirror for the first look at himself। ਪਰ ਕ੍ਰਿਸਮਸ ਦੇ ਨੇੜੇ ਇੱਕ ਦਿਨ ਜਦੋਂ ਨਰਸ ਉਸ ਦੀਆਂ ਪੱਟੀਆਂ ਬਦਲ ਰਹੀ ਸੀ ਅਤੇ ਉਸ ਨੂੰ ਇੱਕ ਪਲ ਲਈ ਉੱਥੋਂ ਬੁਲਾ ਲਿਆ ਗਿਆ ਤਾਂ ਮੈਲਕਮ ਹੌਲੀ ਜਿਹੀ ਬਾਥਰੂਮ ਵਾਲੇ ਸ਼ੀਸ਼ੇ ਦੇ ਸਾਹਮਣੇ ਆਪਣੇ ਮੂੰਹ ਨੂੰ ਪਹਿਲੀ ਵਾਰੀ ਦੇਖਣ ਚਲਾ ਗਿਆ। If it almost made him sick। ਇਸ ਨਾਲ ਉਸ ਦਾ ਦਿਲ ਲਗਭਗ ਘਬਰਾਉਣ ਲੱਗਾ। The doctor had tried to repair the damage by constructing a nose from arm muscle and by grafting skin from leg across the face। ਡਾਕਟਰ ਨੇ ਉਸ ਦੀ ਬਾਂਹ ਦੇ ਮਸਲ ਤੋਂ ਇੱਕ ਨੱਕ ਬਣਾ ਕੇ ਅਤੇ ਉਸ ਦੀ ਲੱਤ ਦੀ ਚਮੜੀ ਨੂੰ ਉਸ ਦੇ ਚਿਹਰੇ ਦੇ ਆਰ-ਪਾਰ ਲਗਾ ਕੇ ਜੋ ਵੀ ਉੱਥੇ ਕਮੀ ਹੋਈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। He had no hair and thick scar crisscrossed one side of his face। ਉਸਦੇ ਸਿਰ ਉੱਤੇ ਕੋਈ ਵਾਲ ਨਹੀਂ ਸਨ ਤੇ ਉਸਦੇ ਚਿਹਰੇ ਦੇ ਇੱਕ ਪਾਸੇ ਜ਼ਖਮਾਂ ਦੇ ਡੂੰਘੇ ਨਿਸ਼ਾਨਾਂ ਦਾ ਤਾਣਾ ਬਾਣਾ ਬਣਿਆ ਹੋਇਆ ਸੀ, ਕ੍ਰਿਸ ਕ੍ਰੋਸ ਜਿਹਨੂੰ ਆਪਾਂ ਕਿਹਾ। The skin was still puffy and an ugly shiny red। ਚਮੜੀ ਅਜੇ ਵੀ ਫੁੱਲੀ ਹੋਈ ਅਤੇ ਭੈੜੀ ਲੱਗਣ ਵਾਲੀ ਚਮਕਦਾਰ ਲਾਲ ਰੰਗ ਜਿਹੀ ਸੀ। ਇਸ ਤੋਂ ਨੈਕਸਟ 22 ਤੇ ਆ ਹੁਣ ਆਪਾਂ
That one incident started a rejection period lasting week. ਉਸ ਇੱਕ ਘਟਨਾ ਨੇ ਇਨਕਾਰਿਆਂ ਦਾ ਇੱਕ ਦੌਰ ਸ਼ੁਰੂ ਕਰ ਦਿੱਤਾ ਜੋ ਕੁਝ ਹਫ਼ਤੇ ਤੱਕ ਚੱਲਦਾ ਰਿਹਾ। ਮੈਲਕਮ refused to see parents or friends, hated the word and himself। ਮੈਲਕਮ ਨੇ ਆਪਣੇ ਮਾਂ-ਬਾਪ ਜਾਂ ਆਪਣੇ ਦੋਸਤਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਦੁਨੀਆ ਅਤੇ ਆਪਣੇ ਆਪ ਨੂੰ ਵੀ ਨਫ਼ਰਤ ਕਰਨ ਲੱਗਾ। He could not bear the thought of people's tears। ਉਹ ਲੋਕਾਂ ਵੱਲੋਂ ਘੂਰ-ਘੂਰ ਕੇ ਦੇਖੇ ਜਾਣ ਦੇ ਵਿਚਾਰ ਨੂੰ ਸਹਿਣ ਨਹੀਂ ਕਰ ਸਕਦਾ ਸੀ। He ignored the growing stack of letters from Barb। ਉਹ ਬਾਰਬ ਤੋਂ ਪ੍ਰਾਪਤ ਹੋਣ ਵਾਲੀਆਂ ਚਿੱਠੀਆਂ ਦੇ ਵਧਦੇ ਹੋਏ ਢੇਰ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ। How could anyone love a freak? ਕਿਸੇ ਡਰਾਉਣੀ ਚੀਜ਼ ਨਾਲ ਕੌਣ ਪਿਆਰ ਕਰ ਸਕਦਾ ਸੀ? ਅਜਿਹਾ ਮਾਲਕਨ ਦੇ ਮਨ ਵਿੱਚ ਵਿਚਾਰ ਆਉਂਦਾ ਰਿਹਾ। But Barb would not give up। She wrote to Malcolm faithfully। ਬਾਰਬ ਨੇ ਹਾਰ ਨਹੀਂ ਮੰਨੀ। ਉਹ ਮਾਲਕ ਨੂੰ ਹਫ਼ਤੇ 'ਚ ਜਿੱਦਾਂ ਲਿਖਿਆ ਨਾ 5 to 7 letters a week even though he never responded। ਉਹ ਹਫ਼ਤੇ 'ਚ 5 ਤੋਂ 7 ਚਿੱਠੀਆਂ ਲਿਖ ਦਿੰਦੀ ਸੀ ਭਾਵੇਂ ਉਹ ਉੱਤਰ ਨਹੀਂ ਦਿੰਦਾ ਸੀ। Malcolm friends who knew Barb wrote to her about his self-pity। ਮੈਲਕਮ ਦੇ ਦੋਸਤ ਜੋ ਬਾਰਬ ਨੂੰ ਜਾਣਦੇ ਸਨ ਉਹ ਉਸਦੀ ਹੀਨ ਭਾਵਨਾ ਬਾਰੇ ਲਿਖਦੇ ਰਹਿੰਦੇ ਸਨ। He simply can't believe you care about him looking the ways he does, they told her। ਜਿਸ ਢੰਗ ਨਾਲ ਉਸਦੀ ਸ਼ਕਲ ਬਣ ਗਈ ਸੀ ਉਹ ਵੇਖ ਕੇ ਉਹਨੂੰ ਯਕੀਨ ਹੀ ਨਹੀਂ ਹੁੰਦਾ ਸੀ ਕਿ ਤੁਸੀਂ ਉਸਦੀ ਚਿੰਤਾ ਕਰਦੇ ਹੋ। ਉਹ ਉਸਨੂੰ ਦੱਸਿਆ ਕਰਦੇ। One day shortly after his Christmas time despondency, Barb surprised Malcolm by walking into the hospital room after a journey of 1250 kilometer। ਇੱਕ ਦਿਨ ਕ੍ਰਿਸਮਸ ਦੇ ਦਿਨਾਂ ਵਾਲੀ ਉਦਾਸੀ ਦੇ ਕੁਝ ਹੀ ਸਮੇਂ ਪਿੱਛੋਂ ਬਾਰਬ ਨੇ ਮੈਲਕਮ ਨੂੰ ਹੈਰਾਨ ਕਰ ਦਿੱਤਾ ਜਦ ਉਹ 1250 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਉਸਦੇ ਹਸਪਤਾਲ ਵਾਲੇ ਕਮਰੇ ਵਿੱਚ ਚੱਲ ਕੇ ਆ ਪਹੁੰਚੀ। The two spent long hours together। ਦੋਹਾਂ ਨੇ ਕਈ ਘੰਟੇ ਇਕੱਠੇ ਬਿਤਾਏ। Talking across the barriers of bandages। ਪੱਟੀਆਂ ਦੀ ਹੱਦ ਦੇ ਆਰ-ਪਾਰ ਤੋਂ ਗੱਲਾਂ ਕਰਦੇ ਹੋਏ। Malcolm was stubbornly aloof। ਮੈਲਕਮ ਅਲੱਗ ਬੈਠਾ ਰਿਹਾ। But her presence forced him to reminisce। ਪਰ ਬਾਰਬ ਦੀ ਮੌਜੂਦਗੀ ਨੇ ਉਸਨੂੰ ਮਜਬੂਰ ਕਰ ਦਿੱਤਾ ਕਾਹਦੇ ਲਈ about the good times he had shared with her। ਕਿ ਉਹ ਖੁਸ਼ੀ ਭਰੇ ਪਲਾਂ ਦੇ ਬਾਰੇ ਵਿੱਚ ਸੋਚੇ ਜੋ ਉਸਨੇ ਉਸ ਨਾਲ ਬਿਤਾਏ ਸਨ। Perhaps she does love me। ਸ਼ਾਇਦ ਉਹ ਮੈਨੂੰ ਸੱਚਮੁੱਚ ਪਿਆਰ ਕਰਦੀ ਹੈ। He thought। ਉਹ ਸੋਚਣ ਲੱਗਾ। After all, I am the same person she said she loved last summer। ਆਖਿਰ ਮੈਂ ਉਹੀ ਵਿਅਕਤੀ ਹਾਂ ਜਿਸਨੂੰ ਪਿਛਲੀ ਗਰਮੀ ਦੀ ਰੁੱਤ ਨੂੰ ਉਸਨੇ ਕਿਹਾ ਸੀ ਕਿ ਉਹ ਉਸਨੂੰ ਪਿਆਰ ਕਰਦੀ ਸੀ। Whatever doubt Malcolm had were dispelled in January when he received a marriage proposal in the mail। It's a leap year, Barb exclaimed demurely। ਮੈਲਕਮ ਨੂੰ ਜੋ ਵੀ ਸੰਦੇਹ ਸਨ ਉਹ ਜਨਵਰੀ ਵਿੱਚ ਖਤਮ ਹੋ ਗਏ ਜਦੋਂ ਉਸਨੂੰ ਡਾਕ ਰਾਹੀਂ ਇੱਕ ਵਿਆਹ ਸੰਬੰਧੀ ਸੁਝਾਅ ਪ੍ਰਾਪਤ ਹੋਇਆ। ਇਹ ਇੱਕ ਲੀਪ ਦਾ ਸਾਲ ਹੈ। ਬਾਰਬ ਨੇ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। Barb persistence। Barb persistence began to pay off।